ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਾਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀ ਆਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵਹੁ, ਇਹੋ ਸੱਚੀ ਬਾਣੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਭਹੂੰ ਕੋ ਰਸ ਹਰਿ ਹੋ, ਸਭਹੂੰ ਕੋ ਰਸ ਹਰਿ ਹੋ ਰਹਾਉ। ਕਾਹੂੰ ਜੋਗ ਕਾਹੂੰ ਭੋਗ, ਕਾਹੂੰ ਗਿਆਨ ਕਾਹੂੰ ਧਿਆਨ। ਕਾਹੂੰ ਹੋ ਡੰਡ ਧਰ ਹੋ, ਕਾਹੂੰ ਜਾਪ ਕਾਹੂੰ ਤਾਪ। ਕਾਹੂੰ ਪੂਜਾ ਹੋਮ ਨੇਮ, ਕਾਹੂੰ ਹੋ ਗੌਨ ਕਰ ਹੋ। ਕਾਹੂ ਤੀਰ ਕਾਹੂ ਨੀਰ, ਕਾਹੂੰ ਵੇਦ ਵਿਚਾਰ। ਨਾਨਕਾ ਭਗਤ ਪਿਰ ਹੋ। ਕਾਹੂੰ ਤੀਰ ਕਾਹੂੰ ਨੀਰ, ਕਾਹੂੰ ਵੇਦ ਵਿਚਾਰ। ਨਾਨਕਾ ਭਗਤ ਪਿਰ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਰਬ ਕਲਾ ਸਮਰੱਥ, ਚਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ। ਜਾਹਰਾ ਹਜੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਨੂੰ ਸੀਸ ਝੁਕਾਉਂਦੇ ਹੋਏ, ਡੰਡੌਤ ਵੰਦਨਾ ਕਰਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 213 ਅੰਗ ਤੇ ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ
ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੁਆਰਾ ਸਮਝਾ ਰਹੇ ਹਨ। ਕਥਨ ਕਰਦੇ ਹਨ ਕਿ ਸਭ ਹੋਂ ਕੋ ਰਾਸ ਹਰ ਹੋਏ ਭਾਈ, ਨਿਸ਼ਚੇ ਕਰਕੇ ਜੋ ਸਭ ਹੋਂ ਸਾਰਿਆਂ ਦੇ ਅੰਦਰ, ਹਰੀ ਆਪ ਹੀ ਰਾਸ ਆਨੰਦ ਸਰੂਪ ਹੈ। ਸਭ ਹੋਂ ਕੋ ਰਾਸ ਇਹ ਭਾਈ, ਨਿਸ਼ਚੇ ਕਰਕੇ ਸਭ ਹੋਂ ਸਾਰਿਆਂ ਦੇ ਅੰਦਰ, ਹਰੀ ਆਪ ਹੀ ਰਾਸ ਆਨੰਦ ਸਰੂਪ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਕਾਹੂ ਜੋਗ ਕਾਹੂ ਭੋਗ, ਕਾਹੂ ਗਿਆਨ ਕਾਹੂ ਧਿਆਨ। ਕਾਹੂ ਕਿਸੇ ਨੇ ਹਰੀ ਦੇ ਰਸ ਦੀ ਪ੍ਰਾਪਤੀ ਵਾਸਤੇ ਜੋਗ ਮੰਤਰ, ਜੋਗ ਆਦਿ ਜੋਗਾਂ ਦਾ ਸਾਧਨ ਹੀ ਸਮਝਦੇ ਹਨ। ਕਾਹੂ ਜੋਗ, ਕਾਹੂ ਕਿਸੇ ਨੇ ਹਰੀ ਦੇ ਰਸ ਦੀ ਪ੍ਰਾਪਤੀ ਵਾਸਤੇ ਹਠ ਜੋਗ ਮੰਤਰ ਜੋਗ ਆਦਿਕ ਜੋਗਾਂ ਦਾ ਸਾਧਨ ਹੀ ਸਮਝਿਆ ਹੈ ਕਿ ਜੋਗ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਕਾਹੂ ਭੋਗ, ਕਾਹੂ ਕਿਸੇ ਵਿਸ਼ਈ ਨੇ ਰਾਜ ਭੂਮੀ ਪ੍ਰਾਪਤ ਕਰਕੇ ਦੁਨੀਆ ਦੇ ਭੋਗਾਂ ਨੂੰ ਹੀ ਬ੍ਰਹਮਾਨੰਦ ਸਮਝਿਆ ਹੈ ਕਿ ਇਸੇ ਜੀ ਆਨੰਦ ਹੈ ਬਸ। ਕਾਹੂ ਭੋਗ ਕਿ ਕਾਹੂ ਕਿਸੇ ਵਿਸ਼ਈ ਨੇ ਰਾਜ ਭੂਮੀ ਪ੍ਰਾਪਤ ਕਰਕੇ ਦੁਨੀਆ ਦੇ ਭੋਗਾਂ ਨੂੰ ਹੀ ਬ੍ਰਹਮਾਨੰਦ ਸਮਝਿਆ ਹੈ ਕਿ ਬਸ ਇਸੇ 'ਚ ਹੀ ਸਭ ਤੋਂ ਵੱਡਾ ਆਨੰਦ ਹੈ। ਕਾਹੂ ਗਿਆਨ, ਕਿਸੇ ਨੇ ਤੱਤਾਂ ਵਿੱਚ 25 ਪ੍ਰਕਿਰਤੀਆਂ ਦਾ ਗਿਆਨ ਜਾਣਨ ਨੂੰ ਹਰੀ ਦੀ ਪ੍ਰਾਪਤੀ ਦਾ ਰਸ ਲੈਣਾ ਸਮਝਿਆ ਹੈ। ਕਾਹੂ ਗਿਆਨ ਕਿ ਕਿਸੇ ਨੇ ਚਿੱਤ ਦੀ ਬਿਰਤੀ ਨੂੰ ਰੋਕਣ ਰੂਪ ਧਿਆਨ ਲਗਾ ਕੇ ਉਸ ਦੀ ਪ੍ਰਾਪਤੀ ਦਾ ਰਸ ਸਮਝਿਆ ਹੈ ਕਿ ਬਿਰਲੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਇਸ ਸੰਸਾਰੀ ਜੀਵਾਂ ਨੇ ਇਹ ਸਮਝਿਆ ਹੈ ਕਿ ਇਸੇ 'ਚ ਹੀ ਰੱਬ ਦੀ ਪ੍ਰਾਪਤੀ ਹੈ, ਇਸੇ 'ਚ ਹੀ ਆਨੰਦ ਹੈ, ਕਿ ਇਸੇ 'ਚ ਹੀ ਖੁਸ਼ੀਆਂ ਹਨ, ਇਸੇ 'ਚ ਹੀ ਰਸ ਹੈ। ਪਰ ਮਹਾਰਾਜ ਜੀ ਕਹਿਣ ਲੱਗੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਿ ਜਿਹੜਾ ਆਨੰਦ ਖੁਸ਼ੀਆਂ ਕਹਿੰਦੇ ਹਨ ਕਿ ਹਰ ਇੱਕ ਚੀਜ਼ ਦਾ ਰਸ ਮਾਣ ਕੇ ਕਹਿ ਦਿੰਦਾ ਹੈ ਕਿ ਆਨੰਦ ਆ ਗਿਆ। ਮਹਾਰਾਜ ਜੀ ਕਹਿਣ ਲੱਗੇ, ਨਹੀਂ, ਆਨੰਦ ਗੁਰੂ ਤੇ ਜਾਣਿਆ। ਜੋ ਗੁਰੂ ਸਮਝਾਉਂਦੇ ਹਨ ਕਿ ਨਾਮ ਦੇ ਵਿੱਚ ਹੀ ਰਸ ਹੈ, ਦੂਜੀਆਂ ਜੋ ਵਸਤੂਆਂ ਹਨ ਬੇਰਸੀਆਂ ਹਨ। ਇੱਕ ਜੀਭ 'ਤੇ ਰੱਖ ਕੇ ਜਦੋਂ ਖਾ ਲੈਂਦੇ ਹਾਂ ਉਤਨਾ ਚਿਰ ਰਸ ਆਉਂਦਾ ਹੈ, ਉਸ ਤੋਂ ਬਾਅਦ ਉਹ ਬੇਰਸੀਆਂ ਹੋ ਜਾਂਦੀਆਂ ਹਨ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ। ਕਾਹੂ ਹੋ ਡੰਡ ਧਰ ਹੋ, ਹੇ ਭਾਈ ਕਿਸੇ ਸੰਨਿਆਸੀ ਨੇ ਡੰਡ ਭਾਵ ਤ੍ਰਿਡੰਡ ਧਾਰਨ ਨੂੰ ਹੀ ਹਰੀ ਦੀ ਪ੍ਰਾਪਤੀ ਦਾ ਰਸ ਸਮਝਿਆ ਹੈ। ਕਈ ਲੋਕ ਡੰਡ, ਪਿੱਤਰ ਡੰਡ, ਰਾਜ ਡੰਡ, ਜਮ ਡੰਡ ਦੇ ਵਿੱਚ ਹੀ ਪਏ ਰਹਿੰਦੇ ਹਨ ਕਿ ਇਹਨਾਂ ਦਾ ਹੀ ਡੰਡ ਲੱਗਿਆ ਰਹਿੰਦਾ ਹੈ ਇਹਨਾਂ ਨੂੰ। ਕਿ ਕਾਹੂ ਹੋ ਡੰਡ ਧਾਰ ਹੋ, ਹੇ ਭਾਈ ਕਿਸੇ ਸੰਨਿਆਸੀ ਨੇ ਡੰਡ ਭਾਵ ਤ੍ਰਿਡੰਡ ਧਾਰਨ ਨੂੰ ਹੀ ਹਰੀ ਦੀ ਪ੍ਰਾਪਤੀ ਦਾ ਰਸ ਸਮਝਿਆ ਹੈ। ਕਈ ਲੋਕ ਡੰਡ ਕਹਿ ਪਿੱਤਰ ਡੰਡ, ਰਾਜ ਡੰਡ, ਜਮ ਡੰਡ ਦੇ ਵਿੱਚ ਹੀ ਪਏ ਰਹਿੰਦੇ ਹਨ। ਕਾਹੂ ਜਾਪ ਕਾਹੂ ਤਾਪ, ਕਾਹੂ ਪੂਜਾ ਹੋਮ ਨੇਮ। ਕਾਹੂ ਕਿਸੇ ਨੇ ਹਰੀ ਦੇ ਰਸ ਦੀ ਪ੍ਰਾਪਤੀ ਲਈ ਦੇਵਤਿਆਂ ਦੇ ਮੰਤਰਾਂ ਨੂੰ ਜਪਣਾ ਸਮਝਿਆ ਹੈ। ਕਾਹੂ ਜਾਪ ਕਾਹੂ ਤਾਪ, ਕਾਹੂ ਪੂਜਾ ਹੋਮ ਨੇਮ। ਕਿ ਕਾਹੂ ਕਿਸੇ ਨੇ ਹਰੀ ਦੇ ਰਸ ਦੀ ਪ੍ਰਾਪਤੀ ਲਈ ਦੇਵਤਿਆਂ ਦੇ ਮੰਤਰਾਂ ਨੂੰ ਜਪਣਾ ਸਮਝਿਆ ਹੈ ਕਿ
ਦੇਵਤਿਆਂ ਦੇ ਮੰਤਰਾਂ ਨੂੰ ਜਪ ਕੇ ਹਰੀ ਦੇ ਰਸ ਦੀ ਪ੍ਰਾਪਤੀ ਹੋ ਜਾਏਗੀ। ਕਾਹੂ ਕਹੀ ਲੋਕ 5-7 ਧੂਣੀਆਂ ਲਾਉਣ ਰੂਪ ਤਾਪ ਕਰੀ ਜਾਂਦੇ ਹਨ। ਕਾਹੂ ਤਾਪ ਕਿ ਕਾਹੂ ਕਈ ਲੋਕ 5-7 ਧੂਣੀਆਂ ਲਾਉਣ ਰੂਪੀ ਤਾਪ ਕਰੀ ਜਾਂਦੇ ਹਨ। ਕਾਹੂ ਪੂਜਾ ਕਈ 16 ਪ੍ਰਕਾਰ ਦੀਆਂ ਪੂਜਾ ਆਚਰਣ ਕਰੀ ਜਾਂਦੇ ਹਨ ਕਿ ਕਈ ਵੇਦਾਂ ਦੀ ਦੱਸੀ ਹੋਈ ਵਿਧੀ ਅਨੁਸਾਰ ਹੋਮ ਨੇਮ ਹੋਮ ਹਵਨ ਕਰੀ ਜਾਂਦੇ ਹਨ। ਕਈ ਨੇਮ ਜਮ ਨੇਮ ਆਦਿਕ ਸਾਧਨ ਕਰੀ ਜਾਂਦੇ ਹਨ। ਕਈਆਂ ਨੇ ਨੇਮ ਨਿਯਮ ਰੱਖਿਆ ਹੋਇਆ ਹੈ ਕਿ ਇੰਨੀ ਵਾਰੀ ਤੀਰਥਾਂ 'ਤੇ ਜਾਣਾ, ਗੰਗਾ ਆਦਿਕ 'ਤੇ ਇਸ਼ਨਾਨ ਕਰਨੇ ਆਦਿਕ ਇਹ ਸਮਝੇ ਹਨ। ਕਾਹੂ ਹੋ ਗੌਨ ਕਰਹੂ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ ਕਾਹੂ ਕਈ ਸਾਰੀ ਧਰਤੀ 'ਤੇ ਹੀ ਗੌਨ ਗਮਨ ਕਰ ਰਹੇ ਹਨ, ਵਿਚਰਦੇ ਫਿਰਦੇ ਹਨ, ਚੱਕਰ ਲਾਉਂਦੇ ਫਿਰਦੇ ਹਨ। ਇਸ ਤਰ੍ਹਾਂ ਸਾਰੀ ਧਰਤੀ ਦਾ ਚੱਕਰ ਕੱਟ ਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ, ਇਹ ਸਮਝਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਕਾਹੂ ਤੀਰ ਕਾਹੂ ਨੀਰ ਕਾਹੂ ਵੇਦ ਵਿਚਾਰ। ਕਾਹੂ ਕਈ ਤੀਰਥਾਂ ਦੇ ਤੀਰ ਕਿਨਾਰਿਆਂ 'ਤੇ ਬੈਠੇ ਰਹਿਣ ਨਾਲ ਹਰੀ ਰਸ ਦੀ ਪ੍ਰਾਪਤੀ ਸਮਝਦੇ ਹਨ। ਕਾਹੂ ਤੀਰ ਕਾਹੂ ਨੀਰ ਕਿ ਕਈ ਤੀਰਥਾਂ ਦੇ ਕਿਨਾਰਿਆਂ 'ਤੇ ਬੈਠੇ ਰਹਿਣ ਨਾਲ ਹਰੀ ਰਸ ਦੀ ਪ੍ਰਾਪਤੀ ਸਮਝਦੇ ਹਨ ਕਿ ਤੀਰਥਾਂ ਦੇ ਕਿਨਾਰਿਆਂ 'ਤੇ ਬੈਠ ਕੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ, ਹਰੀ ਦੇ ਨਾਮ ਦੀ ਰਸ ਦੀ ਪ੍ਰਾਪਤੀ ਹੋ ਜਾਏਗੀ। ਕਾਹੂ ਨੀਰ ਕਈ ਨੀਰ ਪਾਣੀ ਵਿੱਚ ਹੀ ਖੜੇ ਰਹਿੰਦੇ ਹਨ ਕਿ ਹਰੀ ਰਸ ਦੀ ਪ੍ਰਾਪਤੀ ਹੋ ਜਾਏਗੀ ਪਾਣੀ ਦੇ ਵਿੱਚ ਖੜਨ ਨਾਲ। ਕਾਹੂ ਵੇਦ ਵਿਚਾਰ। ਕਾਹੂ ਕਈ ਵੇਦ ਚਾਰੇ ਵੇਦਾਂ ਨੂੰ ਵਿਚਾਰੀ ਜਾਂਦੇ ਹਨ ਕਿ ਵੇਦਾਂ ਦੇ ਵਿਚਾਰਨ ਨਾਲ ਹੀ ਬਸ ਹਰੀ ਰਸ ਦੀ ਪ੍ਰਾਪਤੀ ਹੋ ਜਾਏਗੀ। ਮਹਾਰਾਜ ਜੀ ਅਗਲੀਆਂ ਪੰਕਤੀਆਂ ਵਿੱਚ ਸਮਝਾ ਰਹੇ ਹਨ, ਨਾਨਕਾ ਭਗਤ ਪਿਰ ਹੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਨੂੰ ਤਾਂ ਪਰਮੇਸ਼ਰ ਦੀ ਭਗਤੀ ਕਰਨੀ ਹੀ ਪਿਰ ਪਿਆਰੀ ਲੱਗਦੀ ਹੈ। ਭਾਵ ਕੋਈ ਜੋਗ ਦਾ ਆਸਰਾ ਲਾਈ ਬੈਠਾ ਹੈ, ਕੋਈ ਭੋਗਾਂ ਵਿੱਚ ਫਸਿਆ ਪਿਆ ਹੈ, ਕੋਈ ਗਿਆਨ ਆਦਿਕ ਹੀ ਪੜ੍ਹੀ ਜਾਂਦਾ ਹੈ, ਕੋਈ ਧਿਆਨ ਲਗਾ ਕੇ ਬੈਠਾ ਹੈ, ਕੋਈ ਜਾਪ ਦਾ ਆਸਰਾ ਲਈ ਬੈਠਾ ਹੈ, ਕੋਈ ਤਪ ਦਾ ਆਸਰਾ ਲਈ ਬੈਠਾ ਹੈ, ਕੋਈ ਪੂਜਾ ਦਾ ਆਸਰਾ ਲਾਈ ਬੈਠਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਸਾਨੂੰ ਤਾਂ ਪਰਮੇਸ਼ਰ ਦੀ ਭਗਤੀ ਪਿਆਰੀ ਲੱਗਦੀ ਹੈ। ਵਾਹਿਗੁਰੂ ਨੂੰ ਤਾਂ ਭਗਤੀ ਕਰਨ ਵਾਲੇ ਪਿਰ ਹੋ ਪਿਆਰੇ ਹਨ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਕਿ ਭਗਤੀ ਕਰਨ ਦੇ ਵਿੱਚ ਹੀ ਹਰੀ ਰਸ ਦੀ ਪ੍ਰਾਪਤੀ ਹੁੰਦੀ ਹੈ। ਗੌੜੀ ਮਹੱਲਾ ਪੰਜਵਾ। ਗੁਣ ਕੀਰਤ ਨਿਧ ਮੋਰੀ ਰਹਾਉ। ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ। ਆਸ ਓਟ ਪ੍ਰਭ ਤੋਰੀ। ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ। ਗੁਣ ਟੂਟੀ ਲੈ ਜੋਰੀ। ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਓ ਤੂੰ ਹੀ ਸੁਨ। ਹੈ ਨਾਨਕ ਨੇਰ ਨੇਰੀ। ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਗੁਣ ਕੀਰਤ ਨਿਧ ਮੋਰੀ। ਹੇ ਵਾਹਿਗੁਰੂ, ਜੋ ਤੇਰੀਆਂ ਗੁਣ ਸਿਫਤਾਂ ਕਰਨੀਆਂ ਹਨ। ਗੁਣ ਕੀਰਤ ਨਿਧ ਮੋਰੀ। ਹੇ ਵਾਹਿਗੁਰੂ, ਜੋ ਤੇਰੀਆਂ ਗੁਣ ਸਿਫਤਾਂ ਕਰਨੀਆਂ ਹਨ ਅਤੇ ਕੀਰਤ ਵਡਿਆਈ ਕਰਨੀ ਹੈ, ਕੀਰਤ ਭਗਤੀ ਕਰਨੀ ਹੈ। ਨਿਧ ਮੋਰੀ ਇਹੋ ਹੀ ਮੇਰੀ ਨਿਧੀ, ਭਾਵ ਇਹੋ ਹੀ ਮੇਰਾ ਖਜ਼ਾਨਾ ਹੈ। ਗੁਣ ਕੀਰਤ ਨਿਧ ਮੋਰੀ। ਹੈ ਵਾਹਿਗੁਰੂ, ਜੋ ਤੇਰੀਆਂ ਗੁਣ ਭਾਵ ਸਿਫਤਾਂ ਕਰਨੀਆਂ ਹਨ
ਤੇ ਕੀਰਤ ਵਡਿਆਈ ਕੀਰਤਨ ਭਗਤੀ ਕਰਨੀ ਹੈ। ਇਹੋ ਹੀ ਮੇਰੀ ਨਿਧੀ ਭਾਵ, ਨਿਧੀਆਂ ਦਾ ਖਜ਼ਾਨਾ ਹੈ ਰਹਾਓ। ਤੂੰ ਹੀ ਰਸ ਤੂੰ ਹੀ ਜਸ, ਹੇ ਪਰਮੇਸ਼ਰ ਤੂੰ ਹੀ ਸਾਰਿਆਂ ਵਿੱਚ ਰਸ ਆਨੰਦ ਸਰੂਪ ਹੈ। ਤੂੰ ਹੀ ਜਸ ਵਡਿਆਈ ਰੂਪ ਹੈ। ਤੂੰ ਹੀ ਸਾਰਿਆਂ ਵਿੱਚ ਸੱਚ ਚਿੱਤ ਆਨੰਦ ਰੂਪ ਹੋ ਰਿਹਾ ਹੈ। ਤੂੰ ਹੀ ਰੰਗ, ਤੂੰਿਓ ਹੀ ਰੰਗ ਪ੍ਰੇਮ ਰੂਪ ਹੋ ਰਿਹਾ ਹੈ। ਆਸ ਓਟ ਪ੍ਰਭ ਤੋਰੀ, ਹੇ ਪ੍ਰਭੂ ਪਰਮੇਸ਼ਰ ਜੀ ਮੈਨੂੰ ਮਨ ਕਰਕੇ ਤੇਰੀ ਲਾਲਸਾ ਹੈ, ਤੇਰੀ ਆਸ ਹੈ ਅਤੇ ਤਨ ਕਰਕੇ ਵੀ ਤੇਰੀ ਓਟ ਤੇਰਾ ਟੇਕ ਆਸਰਾ ਹੈ। ਤੂੰ ਹੀ ਮਾਨ ਤੂੰ ਹੀ ਧਾਨ, ਹੇ ਵਾਹਿਗੁਰੂ ਤੂੰ ਹੀ ਮੇਰੇ ਮਾਨ ਮੰਨਣੇ ਯੋਗ ਹੈ। ਜੋ ਖੱਟ ਪੁਰਾਣਾ ਦੇ ਵਿਧੀ ਪੱਖ ਦੁਆਰਾ ਵਿਸ਼ੇ ਰੂਪ ਗਿਆਨ ਹੈ ਅਤੇ ਖੱਟ ਪੁਰਾਣਾ ਦੇ ਨਿਖੇਧ ਪੱਖ ਦੁਆਰਾ ਅਵਿਸ਼ੇ ਰੂਪ ਹੈ। ਸੋ ਸਵੈ ਅਨੁਭਵ ਰੂਪ ਗਿਆਨ ਹੈ। ਉਹ ਮਾਨ ਵੀ ਤੂੰ ਹੀ ਹੈ। ਤੂੰ ਹੀ ਮੇਰੇ ਧਾਨ ਧਿਆਉਣੇ ਯੋਗ ਹੈ ਕਿ ਧਾਨ ਅੰਨ ਰੋਜੀ ਰੋਟੀ ਦੇਣ ਵਾਲਾ ਵੀ ਤੂੰ ਹੀ ਹੈ। ਤੂੰ ਹੀ ਮੇਰੀ ਇੱਜ਼ਤ ਰੂਪ ਹੈ। ਤੂੰ ਹੀ ਮੇਰੇ ਪ੍ਰਾਣ ਸਵਾਸਾ ਰੂਪ ਹੈ। ਮੇਰੇ ਵਿਕਾਰਾਂ ਕਿ ਮੇਰੀ ਵਿਕਾਰਾਂ ਤੋਂ ਬਚਾ ਕੇ ਪ੍ਰਤਿਸ਼ਠਾ ਰੱਖਣ ਵਾਲਾ ਹੈ। ਸਾਰਿਆਂ ਦਾ ਪਤੀ ਰੂਪ ਹੈ। ਤੂੰ ਹੀ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੈ। ਗੁਰ ਟੂਟੀ ਲੈ ਜੋਰੀ, ਗੁਰ ਟੂਟੀ ਲੈ ਜੋਰੀ 84 ਲੱਖ ਜੂਨ ਵਿੱਚ ਭਰਮ ਦੇ ਫਿਰਦੇ ਕਾਰਨ, ਕਿ 84 ਲੱਖ ਜੂਨ ਵਿੱਚ ਭਰਮ ਦੇ ਫਿਰਦੇ ਕਾਰਨ ਮੇਰੀ ਬਿਰਤੀ ਪਰਮੇਸ਼ਰ ਨਾਲੋਂ ਟੁੱਟੀ ਹੋਈ ਸੀ। ਲੈ ਜੋਰੀ ਸਤਿਗੁਰੂ ਜੀ ਨੇ ਆਪਣੀ ਸ਼ਰਨ ਵਿੱਚ ਲੈ ਕਰਕੇ ਪ੍ਰਭੂ ਨਾਲ ਜੋੜ ਦਿੱਤੀ ਹੈ। ਤੂੰ ਹੀ ਗ੍ਰਹਿ ਤੂੰ ਹੀ ਵਨ, ਹੇ ਵਾਹਿਗੁਰੂ ਤੂੰ ਆਪ ਹੀ ਗ੍ਰਹਿ ਗ੍ਰਸਤੀਆਂ ਵਿੱਚ ਹੈ। ਤੂੰ ਆਪ ਹੀ ਬਾਨ ਪ੍ਰਸਤੀ ਵਿੱਚ ਹੈ। ਤੂੰ ਆਪ ਹੀ ਆਪਣੇ ਗੁਣ ਗਾਉਣ ਵਾਲਾ ਹੈ ਅਤੇ ਤੂੰ ਆਪ ਹੀ ਸ਼ਰਾਵਣ ਕਰਨ ਵਾਲਾ ਜਗਿਆਸੂ ਰੂਪ ਹੈ ਨਾਨਕ ਨੇਰ ਨੇਰੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ ਤੂੰ ਨੇਰ ਨੇਰੀ, ਨੇੜੇ ਤੋਂ ਵੀ ਨੇੜੇ ਹੈ। ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਓ ਤੂੰ ਹੀ ਸੁਣ, ਹੇ ਵਾਹਿਗੁਰੂ ਤੂੰ ਆਪ ਹੀ ਗ੍ਰਹਿ ਗ੍ਰਸਤੀਆਂ ਵਿੱਚ ਹੈ। ਤੂੰ ਆਪ ਹੀ ਬਾਨ ਪ੍ਰਸਤੀ ਰੂਪ ਹੈ। ਤੂੰ ਆਪ ਹੀ ਆਪਣੇ ਗੁਣ ਗਾਉਣ ਵਾਲਾ ਹੈ ਅਤੇ ਤੂੰ ਆਪ ਹੀ ਸੁਣ ਸ਼ਰਾਵਣ ਕਰਨ ਵਾਲਾ ਜਗਿਆਸੂ ਹੈ ਨਾਨਕ ਨੇਰ ਨੇਰੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ ਤੂੰ ਨੇਰ ਨੇਰੀ, ਨੇੜੇ ਤੋਂ ਵੀ ਨੇੜੇ ਹੈ। ਗੌੜੀ ਮਹੱਲਾ ਪੰਜਵਾ। ਮਾਤੋ ਹਰ ਰੰਗ ਮਾਤੋ ਰਹਾਉ, ਉਹੀ ਪੀਓ ਉਹੀ ਖੀਓ, ਗੁਰ ਹੈ ਦਿਓ ਦਾਨ ਕੀਓ, ਵਾਹੂ ਸਿਉ ਮਨ ਰਾਤੋ, ਉਹੀ ਭਾਠੀ ਉਹੀ ਪੋਚਾ, ਉਹੀ ਪਿਆਰੋ ਉਹੀ ਰੂਚਾ, ਮਨ ਓਹੋ ਸੁਖ ਜਾਤੋ, ਸਹਿਜ ਕੇਲ ਆਨੰਦ ਖੇਲ ਰਹੇ ਫੇਲ ਭਏ ਮੇਲ, ਨਾਨਕ ਗੁਰ ਸ਼ਬਦ ਪਰਾਤੋ, ਸਹਿਜ ਕੇਲ ਆਨੰਦ ਖੇਲ ਰਹੇ ਫੇਲ ਭਏ ਮੇਲ, ਨਾਨਕ ਗੁਰ ਸ਼ਬਦ ਪਰਾਤੋ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਾਤੋ ਹਰ ਰੰਗ ਮਾਤੋ। ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਜਨੋ, ਅਸੀਂ ਹਰੀ ਦੇ ਪ੍ਰੇਮ ਰੰਗ ਦੀ ਮਸਤੀ ਕਰਕੇ ਮਸਤ ਹੋ ਰਹੇ ਹਾਂ। ਮਾਤੋ ਹਰ ਰੰਗ ਮਾਤੋ, ਕਿ ਹੇ ਸੰਤ ਜਨੋ ਅਸੀਂ ਹਰੀ ਦੇ ਰੰਗ ਪ੍ਰੇਮ ਦੀ ਮਸਤੀ ਕਰਕੇ ਮਾਤੇ ਮਸਤ ਹੋ ਰਹੇ ਹਾਂ। ਹੇ ਭਾਈ ਤੁਸੀਂ ਵੀ ਮਸਤ ਹੋ ਜਾਵੋ।
ਹਰੀ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗ ਵਿੱਚ ਮਸਤ ਹੋ ਜਾਵੋ। ਜਿਹੜਾ ਹੋਰਨਾਂ ਵਸਤੂਆਂ ਨੂੰ ਤਿਆਗ ਕਰਕੇ ਹਰੀ ਦੇ ਆਨੰਦ ਵਿੱਚ ਮੱਤਿਆ ਗਿਆ ਹੈ, ਮਸਤ ਹੋ ਗਿਆ ਹੈ, ਉਸ ਨੂੰ ਮਾਤੋ ਮਸਤ ਹੋਇਆ ਕਹੀਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਸਮਝਾ ਰਹੇ ਹਨ, ਉਹੀ ਪੀਓ ਉਹੀ ਖੀਓ, ਗੁਰ ਹੈ ਦਿਓ ਦਾਨ ਕੀਓ। ਉਹੋ ਹੀ ਪਰਮੇਸ਼ਰ ਦੇ ਨਾਮ ਦਾ ਆਮਲ ਅਸੀਂ ਪੀਓ ਪੀਤਾ ਹੈ। ਉਹੀ ਪੀਓ, ਉਹੋ ਹੀ ਪਰਮੇਸ਼ਰ ਦੇ ਨਾਮ ਦਾ ਅਮਲ ਅਸੀਂ ਪੀਤਾ ਹੈ। ਉਹੀ ਖੀਓ, ਉਸੇ ਕਰਕੇ ਅਸੀਂ ਖੀਓ ਮਸਤ ਹੋਏ ਹਾਂ ਕਿ ਉਹੀ ਪਰਮੇਸ਼ਰ ਸਾਰਿਆਂ ਦਾ ਪੀਓ ਪਤੀ ਰੂਪ ਹੈ। ਉਹੀ ਸਭਨਾਂ ਦਾ ਖੀਓ, ਖੀਵਾ ਕਰਨ ਵਾਲਾ ਭਾਵ ਮਤਵਾਲਾ ਮਸਤ ਕਰਨ ਵਾਲਾ ਹੈ। ਗੁਰ ਹੈ ਦਿਓ ਦਾਨ ਕੀਓ, ਇਹ ਨਾਮ ਰੂਪੀ ਅਮਲ ਗੁਰ ਹੈ ਸਤਿਗੁਰੂ ਜੀ ਨੇ ਸਾਨੂੰ ਦਿਓ ਦੇਣਾ ਕੀਤਾ ਹੈ, ਪਰ ਅਸੀਂ ਮੁੱਲ ਨਹੀਂ ਲਿਆ। ਸਾਨੂੰ ਗੁਰੂ ਨੇ ਨਾਮ ਦਿੱਤਾ ਹੈ, ਇਹ ਨਾਮ ਅਸੀਂ ਮੁੱਲ ਨਹੀਂ ਲਿਆ। ਗੁਰੂ ਜੀ ਨੇ ਦਾਨ ਹੀ ਦਿਓ ਕੀਤਾ ਹੈ ਕਿ ਵਾਹੂ ਸਿਉ ਮਨ ਰਾਤੋ, ਵਾਹੂ ਉਸੇ ਵਾਹਿਗੁਰੂ ਦੇ ਨਾਲ ਹੀ ਸਾਡਾ ਮਨ, ਸਾਡਾ ਅੰਤਸਕਰਨ, ਸਾਡਾ ਹਿਰਦਾ ਰਤਿਆ ਗਿਆ ਹੈ, ਤਦਾਕਾਰ ਹੋਇਆ ਹੈ। ਉਹੀ ਭਾਠੀ ਉਹੀ ਪੋਚਾ, ਉਹੋ ਹੀ ਵਿਆਪਕ ਰੂਪ ਪਰਮੇਸ਼ਰ ਭਾਠੀ ਭੱਠੀ ਰੂਪ ਹੈ। ਉਹੀ ਪੋਚਾ, ਉਹ ਪਰਮੇਸ਼ਰ ਹੀ ਸਾਡਾ ਪ੍ਰੇਮ ਰੂਪੀ ਪੋਚਾ ਰੂਪ ਹੈ। ਉਹੀ ਪਿਆਰੋ ਉਹੀ ਰੂਚਾ, ਉਹੀ ਪਰਮੇਸ਼ਰ ਸਾਡਾ ਪਿਆਰੋ ਪਿਆਲਾ ਰੂਪ ਹੈ। ਉਹ ਪਰਮੇਸ਼ਰ ਹੀ ਸਾਡਾ ਰੂਚਾ ਰੁਚੀ ਬਣੀ ਹੋਈ ਹੈ ਕਿ ਉਹੀ ਸਾਡਾ ਪਿਆਰਾ ਹੈ। ਉਹ ਪਰਮੇਸ਼ਰ ਹੀ ਸਾਡੇ ਮਨ ਨੂੰ ਰੂਚਾ ਭਾਇਆ ਹੈ, ਪਸੰਦ ਆਇਆ ਹੈ। ਮਨ ਉਹ ਸੁਖ ਜਾਤੋ, ਅਸੀਂ ਆਪਣੇ ਮਨ ਆਪਣੇ ਹਿਰਦੇ ਵਿੱਚ ਉਹ ਵਾਹਿਗੁਰੂ ਦੇ ਸੁਖ ਨੂੰ ਹੀ ਜਾਤੋ ਜਾਣਨਾ ਕੀਤਾ ਹੈ। ਸਹਿਜ ਕੇਲ ਆਨੰਦ ਖੇਲ ਰਹੇ ਫੇਲ ਭਏ ਮੇਲ, ਅਸੀਂ ਸਹਿਜ ਗਿਆਨ ਸਰੂਪ ਦੇ ਵਿੱਚ ਕੇਲ ਲਿਵਾਸ, ਕੇਲ ਬਿਲਾਸ ਮਾਣਦੇ ਹਾਂ, ਖੁਸ਼ੀਆਂ ਮਾਣਦੇ ਹਾਂ। ਪਰਮੇਸ਼ਰ ਦੀ ਆਨੰਦਦਾਇਕ ਖੇਲਾਂ ਕੌਤਕਾਂ ਨੂੰ ਵੇਖਦੇ ਹਾਂ। ਸਹਿਜ ਕੇਲ ਆਨੰਦ ਖੇਲ ਕਿ ਅਸੀਂ ਸਹਿਜ ਗਿਆਨ ਸਰੂਪ ਦੇ ਵਿੱਚ ਕੇਲ ਮਾਣਦੇ ਹਾਂ, ਬਿਲਾਸ ਖੁਸ਼ੀਆਂ ਮਾਣਦੇ ਹਾਂ। ਪਰਮੇਸ਼ਰ ਦੀਆਂ ਆਨੰਦਦਾਇਕ ਖੇਲਾਂ ਕੌਤਕਾਂ ਨੂੰ ਵੇਖਦੇ ਹਾਂ। ਰਹੇ ਫੇਰ ਭਏ ਮੇਲ ਕਿ ਸਾਡੇ 84 ਦੇ ਫੇਰ ਚੱਕਰ ਰਹਿ ਚੁੱਕੇ ਹਨ ਅਤੇ ਭਏ ਮੇਲ ਵਾਹਿਗੁਰੂ ਦੇ ਨਾਲ ਮੇਲ ਮਿਲਾਪ ਹੋ ਗਿਆ ਹੈ। ਨਾਨਕ ਗੁਰ ਸ਼ਬਦ ਪਰਾਤੋ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਵਿੱਚ ਪ੍ਰਾਤੋ ਅਤਿਅੰਤ ਪ੍ਰੇਮ ਪੈਦਾ ਹੋ ਗਿਆ ਹੈ। ਨਾਨਕ ਗੁਰ ਸ਼ਬਦ ਪਰਾਤੋ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ, ਸ਼ਬਦ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਵਿੱਚ ਪ੍ਰਾਤੋ ਅਤਿਅੰਤ ਪ੍ਰੇਮ ਪੈਦਾ ਹੋ ਗਿਆ ਹੈ। ਰਾਗ ਗੌੜੀ ਮਾਲਵਾ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਰ ਨਾਮ ਲੇਹੋ ਮੀਤਾ ਲੇਹੋ, ਆਗੈ ਬਿਖਮ ਪੰਥ ਭਿਆਨ। ਰਹਾਉ ਸੇਵਤ ਸੇਵਤ ਸਦਾ ਸੇਵ, ਤੇਰਾ ਸੰਗ ਬਸਤ ਹੈ ਕਾਲ। ਕਰ ਸੇਵਾ ਤੂੰ ਸਾਧ ਕੀ, ਹੋ ਕਾਟਿਐ ਜਮ ਜਾਲ। ਹੋਮ ਜਗ ਤੀਰਥ ਕੀਏ, ਵਿੱਚ ਹਉਮੈ ਬਧੇ ਵਿਕਾਰ। ਨਰਕ ਸੁਰਗ ਦੋਇ ਭੁੰਚਨਾ,
होए बहुर बहुर अवतार। शिवपुरी ब्रह्मपुरी, शिवपुरी ब्रह्म इंद्रपुरी, निचल को थाओ नाहे। बिन हर सेवा सुख नहीं, सो साकत आवहे जाहे। जैसे गुर उपदेसिया, मैं तैसो कहया पुकार। नानक कहै सुन लेर मना, कर कीर्तन होए उधार। जैसो गुर उपदेसिया, मैं तैसो कहया पुकार। नानक कहै सुन रे मना, कर कीर्तन होए उधार। राग गौड़ी मालवा महला पंजवा। राग गौड़ी घनौੜੇ ਨਾਲ ਆਉਂਦਾ ਗੌੜੀ ਕਿ ਗੌੜੀ ਦੀ ਮਾਲਵਾ ਜਾਤੀ ਵਿੱਚ ਪੰਜਵੇਂ ਪਾਤਸ਼ਾਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰ ਰਹੇ ਹਨ, ਹਰ ਨਾਮ ਲੇਹੋ ਮੀਤਾ ਲੇਹੋ, ਕਿ ਹੇ ਮੀਤਾ ਮਿੱਤਰ ਸੱਜਣ ਜਨੋ, ਪਰਮੇਸ਼ਰ ਦਾ ਨਾਮ ਜੋ ਲੈਣੇ ਯੋਗ ਹੈ, ਜਪਣੇ ਯੋਗ ਹੈ, ਉਸ ਨੂੰ ਗੁਰੂ ਸਾਹਿਬ ਕੋਲੋਂ ਲੈਣਾ ਕਰੋ। ਹਰ ਨਾਮ ਲੇਹੋ ਮੀਤਾ ਲੇਹੋ, ਹੇ ਮੀਤਾ ਮਿੱਤਰੋ ਸੱਜਣ ਜਨੋ, ਪਰਮੇਸ਼ਰ ਦਾ ਨਾਮ ਜੋ ਲੈਣੇ ਯੋਗ ਹੈ, ਉਸ ਨੂੰ ਗੁਰੂ ਸਾਹਿਬ ਕੋਲੋਂ ਲੈਣਾ ਕਰੋ। ਆਗੈ ਬਿਖਮ ਪੰਥ ਭਿਆਨ, ਕਿਉਂਕਿ ਆਗੈ ਅੱਗੇ ਪਰਲੋਕ ਦਾ ਪੰਥ ਮਾਰਗ ਰਸਤਾ ਬਹੁਤ ਹੀ ਬਿਖਮ ਕਠਿਨ ਹੈ, ਔਖਾ ਹੈ, ਭਿਆਨ ਹੈ ਕਿ ਭੈਦਾਇਕ ਹੈ। ਇਸੇ ਕਰਕੇ ਪਰਮੇਸ਼ਰ ਦਾ ਨਾਮ ਜੋ ਲੈਣੇ ਯੋਗ ਹੈ, ਉਹ ਗੁਰੂ ਸਾਹਿਬ ਕੋਲੋਂ ਲੈਣਾ ਕਰੋ। ਹਰ ਨਾਮ ਲੇਹੋ ਮੀਤਾ ਲੇਹੋ, ਆਗੈ ਬਿਖਮ ਪੰਥ ਭਿਆਨ, ਕਿ ਹੇ ਮੀਤ ਮਿੱਤਰ ਸੱਜਣ ਜਨੋ, ਪਰਮੇਸ਼ਰ ਦਾ ਨਾਮ ਜੋ ਲੈਣੇ ਯੋਗ ਹੈ, ਜਪਣੇ ਯੋਗ ਹੈ, ਉਸ ਨੂੰ ਗੁਰੂ ਸਾਹਿਬ ਜੀ ਕੋਲੋਂ ਲੈਣਾ ਕਰੋ। ਕਿਉਂਕਿ ਆਗੈ ਬਿਖਮ ਪੰਥ ਭਿਆਨ, ਕਿਉਂਕਿ ਆਗੈ ਅੱਗੇ ਪਰਲੋਕ ਦਾ ਪੰਥ ਰਸਤਾ ਮਾਰਗ ਬਹੁਤ ਹੀ ਕਠਿਨ ਅਤੇ ਭਿਆਨ ਭੈਦਾਇਕ ਹੈ, ਬੜਾ ਔਖਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਸੇਵਤ ਸੇਵਤ ਸਦਾ ਸੇਵ ਹੈ ਭਾਈ, ਮਨ ਕਰਕੇ ਵਾਹਿਗੁਰੂ ਦਾ ਸੇਵਤ ਸੇਵਨ ਕਰ। ਬਾਣੀ ਕਰਕੇ ਬੋਲਣੇ ਕਰਕੇ ਵਾਹਿਗੁਰੂ ਦਾ ਸੇਵਨ ਕਰ, ਕਿ ਜ਼ਬਾਨ ਦੇ ਨਾਲ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਰ, ਅਤੇ ਸਰੀਰ ਕਰਕੇ ਰੋਮ ਰੋਮ ਕਰਕੇ ਹਮੇਸ਼ਾ ਉਸ ਦਾ ਸੇਵਨ ਕਰ, ਉਸ ਨੂੰ ਸਿਮਰਨ ਕਰ। ਕਿ ਤੇਰਾ ਸੰਗ ਬਸਤ ਹੈ ਕਾਲ, ਕਿ ਜਾਗਰਤ ਸੁਪਨ ਸੁਖੋਪਤੀ ਵਿੱਚ ਸੇਵਤ ਸੇਵਨੇ ਯੋਗ ਪਰਮੇਸ਼ਰ ਨੂੰ ਸੇਵਨੇ ਵਾਲਾ ਹੋ ਕੇ, ਕਿ ਬਾਲ ਜਵਾਨੀ ਅਤੇ ਬਿਰਧ ਅਵਸਥਾ ਵਿੱਚ ਹਮੇਸ਼ਾ ਉਸ ਦਾ ਸੇਵਨ ਕਰ। ਤੇਰਾ ਸੰਗ ਬਸਤ ਹੈ ਕਾਲ, ਕਿਉਂਕਿ ਤੇਰੇ ਸੰਗ ਤੇਰੇ ਨਾਲ ਹਮੇਸ਼ਾ ਕਾਲ ਮੌਤ ਜਮਕਾਲ ਵਸ ਰਿਹਾ ਹੈ। ਉਸ ਤੋਂ ਬਚਣ ਵਾਸਤੇ ਮਨ ਕਰਕੇ ਵਾਹਿਗੁਰੂ ਦਾ ਸੇਵਨ ਕਰ, ਬਾਣੀ ਕਰਕੇ ਬੋਲਣੇ ਕਰਕੇ ਵਾਹਿਗੁਰੂ ਦਾ ਸਿਮਰਨ ਕਰ, ਸਰੀਰ ਕਰਕੇ ਰੋਮ ਰੋਮ ਕਰਕੇ ਹਮੇਸ਼ਾ ਉਸ ਦਾ ਸਿਮਰਨ ਕਰ, ਉਸ ਦਾ ਸੇਵਨ ਕਰ। ਕਿ ਤੇਰੇ ਨਾਲ ਹਮੇਸ਼ਾ ਕਾਲ ਮੌਤ ਜਮਰਾਜ ਵਸ ਰਿਹਾ ਹੈ। ਇੱਕ ਨਾਮ ਹੀ ਹੈ ਜਿਹੜਾ ਤੈਨੂੰ ਬਚਾਉਣ ਵਾਲਾ ਹੈ, ਨਹੀਂ ਤਾਂ ਇਸ ਨੇ ਤੈਨੂੰ ਗ੍ਰਸ ਲੈਣਾ ਹੈ। ਕਰ ਸੇਵਾ ਤੂੰ ਸਾਧ ਕੀ, ਹੋ ਕਾਟਿਐ ਜਮ ਜਾਲ। ਹੇ ਭਾਈ, ਤੂੰ ਸਾਧ ਸ੍ਰੇਸ਼ਟ ਜਨਾਂ ਦੀ ਸੇਵਾ ਟਹਿਲ ਕਰਿਆ ਕਰ, ਜਿਸ ਕਰਕੇ ਤੇਰਾ ਜਮਾਂ ਦਾ
ਡਾਰ ਜਮਾ ਦਾ ਫਾਹਾ ਕੱਟਿਆ ਜਾਏਗਾ। ਕਰ ਸੇਵਾ ਤੂੰ ਸਾਧ ਕੀ, ਹੋ ਕਾਟੀਐ ਜਮਜਾਲ। हे ਭਾਈ ਤੂੰ ਸਾਧ ਸ੍ਰੇਸ਼ਟ ਜਨਾਂ ਦੀ ਸੇਵਾ ਟਹਿਲ ਕਰਿਆ ਕਰ, ਜਿਸ ਕਰਕੇ ਤੇਰਾ ਜਮਾ ਦਾ ਜਾਲ, ਜਮਾ ਦਾ ਫਾਹਾ ਕੱਟਿਆ ਜਾਏਗਾ। ਹੋਮ ਜਗ ਤੀਰਥ ਕੀਏ, ਵਿੱਚ ਹਉਮੈ ਵਧੇ ਵਿਕਾਰ। हे ਭਾਈ ਹੋਮ ਹਵਨ ਜਗ ਆਦਿਕ ਅਤੇ ਤੀਰਥਾਂ ਤੇ ਯਾਤਰਾ ਇਸ਼ਨਾਨ ਕਰਨੇ ਕਰਕੇ ਵਿੱਚ ਹਉਮੈ ਵਧੇ ਵਿਕਾਰ ਕੇ ਅੰਦਰ ਹਉਮੈ ਹੰਗਤਾ ਆ ਜਾਂਦੀ ਹੈ ਅਤੇ ਜੀਵ ਦੇ ਅੰਦਰ ਵਿਕਾਰ ਵੱਧ ਜਾਂਦੇ ਹਨ। ਹੋਮ ਜਗ ਤੀਰਥ ਕੀਏ, ਇਹ ਭਾਈ ਹੋਮ ਹਵਨ ਜਗ ਆਦਿਕ ਅਤੇ ਤੀਰਥਾਂ ਤੇ ਯਾਤਰਾ ਇਸ਼ਨਾਨ ਆਦਿਕ ਕਰਨੇ ਕਰਕੇ ਦਿਲ ਦੇ ਅੰਦਰ ਵਿੱਚ ਹਉਮੈ ਵਧੇ ਵਿਕਾਰ, ਦਿਲ ਦੇ ਵਿੱਚ, ਦਿਲ ਦੇ ਅੰਦਰ ਹੰਗਤਾ ਆ ਜਾਂਦੀ ਹੈ ਅਤੇ ਜੀਵ ਦੇ ਅੰਦਰ ਵਿਕਾਰ ਵੱਧ ਜਾਂਦੇ ਹਨ। ਜੀਵ ਵਿਕਾਰਾਂ ਵਿੱਚ ਵੱਜ ਕਰਕੇ ਕਿ ਸੜਦਾ ਰਹਿੰਦਾ ਹੈ, ਨਾਸ ਹੁੰਦਾ ਰਹਿੰਦਾ ਹੈ। ਨਰਕ ਸੁਰਗ ਦੋਇ ਭੁੰਜਨਾ, ਹੋਏ ਬਹੁਰ ਬਹੁਰ ਅਵਤਾਰ। ਫਿਰ ਉਹਨਾਂ ਜਗ ਆਦਿਕ ਕਰਮਾਂ ਦੇ ਪੁੰਨ ਕਰਕੇ ਸੁਰਗ ਸਵਰਗ ਦੀ ਪ੍ਰਾਪਤੀ ਹੋ ਜਾਏਗੀ। ਜਦੋਂ ਪੁੰਨ ਨਾਸ ਹੋ ਗਏ ਤਾਂ ਫਿਰ ਨਰਕਾਂ ਵਿੱਚ ਆਉਣਾ ਪਏਗਾ। ਇਉਂ ਜੀਵ ਦੋਏ ਭੁੰਚਣਾ, ਇਉਂ ਜੀਵ ਦੋਵੇਂ ਨਰਕਾਂ ਸਵਰਗਾਂ ਨੂੰ ਭੁੰਚਣਾ ਭੋਗਦਾ ਹੈ ਅਤੇ ਹੋਏ ਬਹੁਰ ਬਹੁਰ ਅਵਤਾਰ, ਅਤੇ ਬਹੁਰ ਬਹੁਰ ਬਾਰ 84 ਲੱਖ ਜੂਨਾਂ ਵਿੱਚ ਅਵਤਾਰ ਜਨਮ ਧਾਰ ਕੇ ਇਸ ਦਾ ਆਉਣਾ ਹੋਵੇਗਾ। ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਓ। ਸ਼ਿਵਪੁਰੀ ਸ਼ਿਵ ਜੀ ਦੀ ਪੁਰੀ ਭਾਵ ਕੈਲਾਸ ਪਰਬਤ, ਬ੍ਰਹਮਾ ਆਦਿਕ ਦੀ ਪੁਰੀ ਅਤੇ ਇੰਦਰਪੁਰੀ ਸਵਰਗ ਆਦਿਕ ਵਿੱਚੋਂ ਕੋਈ ਵੀ ਥਾਂ ਨਿਹਚਲ ਅਚਲ ਨਹੀਂ ਹੈ। ਬਿਨ ਹਰ ਸੇਵਾ ਸੁਖ ਨਹੀਂ। ਉਸ ਵਾਹਿਗੁਰੂ ਦੀ ਟਹਿਲ ਭਗਤੀ ਸੇਵਾ ਕਰੇ ਤੋਂ ਬਗੈਰ ਕਿਸੇ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੋ ਸਾਖਤ ਆਵਹਿ ਜਾਹੇ, ਕਿ ਹੋ ਹੈ ਭਾਈ ਜੋ ਸਾਖਤ ਸ਼ਕਤੀ ਦੇ ਉਪਾਸਕ ਕਠੋਰ ਚਿੱਤ ਵਾਲੇ ਪਤਿਤ ਪਾਪੀ ਪੁਰਸ਼ ਹਨ, ਉਹ ਆਵਹਿ ਜਾਹੇ ਆਉਂਦੇ ਜਾਂਦੇ ਰਹਿੰਦੇ ਹਨ। ਜੈਸੋ ਗੁਰ ਉਪਦੇਸਿਆ, ਮੈਂ ਤੈਸੋ ਕਹਿਆ ਪੁਕਾਰ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ ਇਹ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ। ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਜੀ ਨੇ ਉਪਦੇਸਿਆ, ਉਪਦੇਸ਼ ਬਖਸ਼ਿਆ ਹੈ, ਮੈਂ ਤੈਸੋ ਕਹਿਆ ਪੁਕਾਰ, ਮੈਂ ਅਸੀਂ। ਮਹਾਰਾਜ ਜੀ ਕਹਿਣ ਲੱਗੇ ਅਸੀਂ ਤਿਵੇਂ ਦਾ ਹੀ ਬੁਲੰਦ ਆਵਾਜ਼ ਵਿੱਚ ਪੁਕਾਰ ਕਰਕੇ ਕਹਿ ਦਿੱਤਾ ਹੈ। ਜੈਸੋ ਗੁਰ ਉਪਦੇਸਿਆ, ਮੈਂ ਤੈਸੋ ਕਹਿਆ ਪੁਕਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ ਇਹ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ। ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ, ਅਸੀਂ ਤਿਵੇਂ ਦਾ ਹੀ ਬੁਲੰਦ ਆਵਾਜ਼ ਵਿੱਚ ਪੁਕਾਰ ਕਰਕੇ ਕਿਹਾ ਹੈ। ਨਾਨਕ ਕਹੈ ਸੁਨ ਲੇ ਮਨਾ, ਕਰ ਕੀਰਤਨ ਹੋਏ ਆਧਾਰ। ਨਾਨਕ ਕਹੈ ਸੁਨ ਰੇ ਮਨਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਮੇਰੇ ਪਿਆਰੇ ਮਨਾ, ਸੁਣਨਾ ਕਰ, ਤੂੰ ਪਰਮੇਸ਼ਰ ਦਾ ਕੀਰਤਨ, ਪਰਮੇਸ਼ਰ ਦਾ ਜਸ ਕਰਨਾ ਕਰ, ਜਿਸ ਕਰਕੇ ਤੇਰਾ ਸੰਸਾਰ ਤੋਂ ਉਧਾਰ ਹੋ ਜਾਏਗਾ, ਪਾਰ ਉਤਾਰਾ ਹੋ ਜਾਏਗਾ। ਗੌੜੀ ਰਾਗ ਗੌੜੀ ਮਾਲਾ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਇਓ ਬਾਲ ਬੁੱਧ ਸੁਖ ਰੇ, ਹਰਖ ਸੋਗ ਹਾਨ ਮਿਰਤ, ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਉ।
ਜੋ ਲੋ ਕਿਸ ਸੋਚੋ ਚਿਤਵੋ, ਤਉ ਲੋ ਦੂਖਨ ਭਰੇ। ਜੋ ਕਿਰਪਾਲ ਗੁਰ ਪੂਰਾ ਭੇਟਿਆ, ਤਉ ਆਨੰਦ ਸਹਿਜੇ। ਜੇਤੀ ਸਿਆਣਪ ਕਰਮ ਹੋ ਕੀਏ, ਤੇਤੇ ਬੰਧ ਪਰੇ। ਜੋ ਸਾਧੂ ਕਰ ਮਸਤਕ ਧਰਿਓ, ਤਾਬ ਹਮ ਮੁਕਤ ਭਏ। ਜੋ ਲੋ ਮੇਰੋ ਮੇਰੋ ਕਰਤੋ, ਤਉ ਲੋ ਬਿਖ ਘੇਰੇ। ਮਨ ਤਨ ਬੁੱਧ ਅਰਪੀ ਠਾਕੁਰ ਕੋ, ਤਾਬ ਹਮ ਸਹਿਜ ਸੋਏ। ਜੋ ਲੋ ਪੋਟ ਉਠਾਈ ਚੱਲਿਓ, ਤਉ ਲੋ ਡਾਨ ਭਰੇ। ਪੋਟ ਡਾਰ ਗੁਰ ਪੂਰਾ ਮਿਲਿਆ, ਤਉ ਨਾਨਕ ਨਿਰਭੈ। ਪੋਟ ਡਾਰ ਗੁਰ ਪੂਰਾ ਮਿਲਿਆ, ਤਉ ਨਾਨਕ ਨਿਰਭੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਰਾਗ ਗੌੜੀ ਮਾਲਾ ਮਹੱਲਾ ਪੰਜਵਾ ਕਿ ਰਾਗ ਗੌੜੀ ਦੀ ਮਾਲਾ ਜਾਤੀ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਓੰਕਾਰ ਅਕਾਲ ਪੁਰਖ ਇੱਕ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪਾਇਓ ਬਾਲ ਬੁੱਧ ਸੁਖ ਰੇ। ਹੇ ਭਾਈ ਬਾਲ ਬੁੱਧ, ਬਾਲਕ ਬੁੱਧੀ ਕਰਕੇ, ਵੱਡੀ ਭਾਵ ਆਤਮ ਵਿਸ਼ੈਣੀ ਬੁੱਧੀ ਕਰਕੇ ਸੁਖ ਆਨੰਦ ਪਾਉਣਾ ਕੀਤਾ ਹੈ। ਪਾਇਓ ਬਾਲ ਬੁੱਧ ਸੁਖ ਰੇ। ਹੇ ਭਾਈ ਬਾਲ ਬੁੱਧ, ਬਾਲਕ ਬੁੱਧੀ ਕਰਕੇ, ਬਾਲ ਵੱਡੀ ਭਾਵ ਆਤਮ ਵਿਸ਼ੈਣੀ ਬੁੱਧੀ ਕਰਕੇ ਸੁਖ ਪਾਉਣਾ ਕੀਤਾ ਹੈ, ਆਨੰਦ ਪਾਉਣਾ ਕੀਤਾ ਹੈ। ਹਰਖ ਸੋਗ ਹਾਨ ਮਿਰਤ, ਜੋ ਪਦਾਰਥਾਂ ਦੇ ਆਏ ਤੋਂ ਹਰਖ ਖੁਸ਼ੀ ਹੋਣੀ ਅਤੇ ਪਦਾਰਥਾਂ ਦੇ ਵਿਜੋਗ ਕਰਕੇ ਸੋਗ ਗਮ ਫਿਕਰ ਹੋਣਾ। ਹਾਨੀ ਘਾਟਾ ਮਿਰਤ ਕੇ ਮੌਤ ਆ ਜਾਣੀ। ਦੁੱਖ ਕਸ਼ਟ ਪ੍ਰਾਪਤ ਹੋਣਾ, ਸੁਖ ਪ੍ਰਾਪਤ ਹੋਣਾ। ਇਹਨਾਂ ਸਭਨਾਂ ਵਿੱਚ ਚਿੱਤ ਸਿਮਰ ਗੁਰ ਮਿਲੇ। ਇਹਨਾਂ ਸ਼ਬਦਾਂ ਵਿੱਚ ਸਤਿਗੁਰੂ ਸਾਹਿਬ ਜੀ ਦੇ ਮਿਲਣੇ ਕਰਕੇ ਚਿੱਤ ਮਨ ਸੰਸਾਰ ਇੱਕੋ ਜਿਹਾ ਹੋ ਗਿਆ ਹੈ। ਹਰਖ ਸੋਗ ਹਾਨ ਮਿਰਤ, ਦੁਖ ਸੁਖ ਚਿੱਤ ਸੰਸਰ ਗੁਰ ਮਿਲੇ। ਸੰਸਰ ਬਰੋਬਰ ਕਿ ਜੋ ਪਦਾਰਥਾਂ ਦੇ ਆਏ ਤੋਂ ਹਰਖ ਖੁਸ਼ੀ ਹੋਣੀ ਅਤੇ ਪਦਾਰਥਾਂ ਦੇ ਵਿਜੋਗ ਕਰਕੇ ਗਮ ਫਿਕਰ ਹੋਣਾ ਕਿ ਹਾਨੀ ਘਾਟਾ ਮਿਰਤ ਮੌਤ ਆ ਜਾਣੀ। ਦੁੱਖ ਕਸ਼ਟ ਪ੍ਰਾਪਤ ਹੋਣਾ, ਸੁਖ ਪ੍ਰਾਪਤ ਹੋਣਾ। ਇਹਨਾਂ ਸਭਨਾਂ ਵਿੱਚ ਸਤਿਗੁਰੂ ਜੀ ਦੇ ਮਿਲਣੇ ਕਰਕੇ ਮਨ ਸੰਸਾਰ ਇੱਕੋ ਜਿਹਾ ਹੋ ਗਿਆ ਹੈ। ਰਹਾਉ ਮਹਾਰਾਜ ਜੀ ਅੱਗੇ ਵਿਸ਼ਰਾਮ ਦੇ ਕੇ ਸਮਝਾ ਰਹੇ ਹਨ। ਜੋ ਲੋ ਹੋ ਕਿਸ ਸੋਚੋ ਚਿਤਬੋ। ਜੋ ਜਦ ਤੱਕ ਇਹ ਜੀਵ ਆਪਣੀ ਹਉਮੈ ਦੇ ਸਹਿਤ ਕਹਿੰਦਾ ਹੈ। ਜੋ ਲੋ ਹੋ ਕਿਸ ਸੋਚੋ ਚਿਤਬੋ, ਕਿ ਜੋ ਜਦ ਲੋ ਤੱਕ ਇਹ ਜੀਵ ਆਪਣੀ ਹਉਮੈ ਦੇ ਸਹਿਤ ਕਹਿੰਦਾ ਹੈ, ਹੰਕਾਰ ਦੇ ਸਹਿਤ ਕਹਿੰਦਾ ਹੈ ਕਿ ਸਭ ਕੁਝ ਮੈਂ ਹੀ ਸੋਚਦਾ ਹਾਂ, ਮੈਂ ਹੀ ਚਿਤਵਨੀ ਕਰਦਾ ਹਾਂ, ਚੇਤੇ ਰੱਖਦਾ ਹਾਂ। ਤਉ ਲੋ ਦੁਖਨ ਭਰੇ, ਤਉ ਤਦ ਤੱਕ ਇਹ ਜੰਮਣ ਮਰਨ ਰੂਪੀ ਦੁੱਖ ਭਰੇ, ਦੁੱਖ ਭਰਦਾ ਰਹਿੰਦਾ ਹੈ, ਦੁੱਖ ਭੋਗਦਾ ਰਹਿੰਦਾ ਹੈ। ਜੋ ਲੋ ਹੋ ਕਿਸ ਸੋਚੋ ਚਿਤਬੋ, ਤਉ ਲੋ ਦੁਖਨ ਭਰੇ। ਜਦ ਤੱਕ ਇਹ ਜੀਵ ਆਪਣੀ ਹਉਮੈ ਦੇ ਸਹਿਤ, ਹੰਕਾਰ ਦੇ ਸਹਿਤ ਕਹਿੰਦਾ ਹੈ ਕਿ ਸਭ ਕੁਝ ਮੈਂ ਹੀ ਸੋਚਦਾ ਹਾਂ, ਮੈਂ ਹੀ ਚਿਤਵਨੀ ਕਰਦਾ ਹਾਂ, ਚੇਤੇ ਰੱਖਦਾ ਹਾਂ। ਤਉ ਲੋ ਤਦ ਤੱਕ ਇਹ ਜੰਮਣ ਮਰਨ ਰੂਪੀ ਦੁੱਖ ਭੋਗਦਾ ਰਹਿੰਦਾ ਹੈ ਕਿ ਜੋ ਕਿਰਪਾਲ ਗੁਰ ਪੂਰਾ ਭੇਟਿਓ। ਜੋ ਜਦੋਂ ਕਿਰਪਾ
ਦੇ ਘਰ ਪੂਰਨ ਸਤਿਗੁਰੂ ਸਾਹਿਬ ਜੀ ਮਿਲੇ, ਤਉ ਆਨੰਦ ਸਹਿਜੇ। ਤਉ ਤਦ ਗੁਰਾਂ ਦੀ ਕਿਰਪਾ ਕਰਕੇ ਸਹਿਜੇ ਸੁਭਾਵਕ ਹੀ ਆਨੰਦ ਪ੍ਰਗਟ ਹੋ ਆਇਆ ਹੈ, ਪ੍ਰਕਾਸ਼ ਹੋ ਆਇਆ ਹੈ। ਜੋ ਕਿਰਪਾਲ ਗੁਰਪੂਰਾ ਭੇਟਿਆ। ਜਦੋਂ ਕਿਰਪਾ ਦੇ ਘਰ ਸਤਿਗੁਰੂ ਸਾਹਿਬ ਜੀ ਮਿਲੇ, ਤਉ ਆਨੰਦ ਸਹਿਜੇ, ਤਉ ਤਦ ਗੁਰਾਂ ਦੀ ਕਿਰਪਾ ਕਰਕੇ ਸੁਭਾਵਕ ਹੀ ਆਨੰਦ ਖੁਸ਼ੀਆਂ ਪ੍ਰਗਟ ਹੋ ਆਈਆਂ, ਪ੍ਰਕਾਸ਼ ਹੋ ਆਇਆ। ਜੇਤੀ ਸਿਆਣਪ ਕਰਮ ਹੋ ਕੀਏ, ਤੇਤੇ ਬੰਧ ਪਰੇ। ਜੇਤੀ ਸਿਆਣਪ ਕਰਮ ਹੋ ਕੀਏ। ਜੇਤੀ ਜਿੰਨੀ ਬੁੱਧੀ ਦੀ ਸਿਆਣਪ, ਬੁੱਧੀ ਦੀ ਚਤਰਾਈ ਕਰਕੇ ਜੀਵ ਨੇ ਹਉਮੈ ਦੇ ਸਹਿਤ ਕਰਮ ਕੀਤੇ ਹਨ, ਹੰਕਾਰ ਦੇ ਸਹਿਤ ਕਰਮ ਕੀਤੇ ਹਨ। ਤੇਤੇ ਬੰਧ ਪਰੇ, ਕਿ ਤੇਤੇ ਉਤਨੇ ਹੀ ਇਸ ਨੂੰ ਕਰਤਾ ਭੋਗਤਾ ਹੰਗਤਾ ਮਮਤਾ ਰੂਪੀ ਆਦਿਕ ਬੰਧਨ ਪਏ ਹਨ। ਜੋ ਸਾਧੂ ਕਰ ਮਸਤਕ ਧਰਿਓ। ਜਦੋਂ ਸਾਧੂ ਸ੍ਰੇਸ਼ਟ ਸਤਿਗੁਰੂ ਜੀ ਨੇ, ਪੂਰੇ ਗੁਰਾਂ ਨੇ ਸਾਡੇ ਮਸਤਕ ਮੱਥੇ ਉੱਪਰ ਆਪਣਾ ਕਿਰਪਾ ਰੂਪੀ ਹੱਥ ਧਾਰਨਾ ਕੀਤਾ ਹੈ। ਤਾਬ ਹਮ ਮੁਕਤ ਭਏ। ਤਾਬ ਤਦੋਂ ਹਮ ਅਸੀਂ ਹੰਗਤਾ ਮਮਤਾ ਤੋਂ ਮੁਕਤ ਹੋ ਗਏ ਹਾਂ। ਜੋ ਲੋ ਮੇਰੋ ਮੇਰੋ ਕਰਤੋ, ਤੌਲੋ ਬਿਖਮ ਘੇਰੇ, ਤੌਲੋ ਬਿਖ ਘੇਰੇ। ਜੋ ਲੋ ਮੇਰੋ ਮੇਰੋ ਕਰਤੋ। ਮਹਾਰਾਜ ਜੀ ਕਹਿਣ ਲੱਗੇ, ਜੋ ਜਦ ਤੱਕ ਇਹ ਜੀਵ ਮੇਰਾ ਪਦਾਰਥ ਹੈ, ਇਹ ਕਹਿੰਦਾ ਹੈ ਇਹ ਮੇਰਾ ਹੈ, ਜਦੋਂ ਤੱਕ ਇਹ ਜੀਵ ਮੇਰੋ ਮੇਰੋ ਕਰਤੋ, ਕਿ ਮੇਰਾ ਪਦਾਰਥ ਹੈ, ਇਹ ਮੇਰਾ ਹੈ, ਇਸ ਤਰ੍ਹਾਂ ਮੇਰ ਕਰਦਾ ਹੈ। ਤੋ ਲੋ ਬਿਖ ਘੇਰੇ। ਤੋ ਤਦ ਤੱਕ ਮਾਇਆ ਰੂਪੀ ਬਿਖ ਜ਼ਹਿਰ ਇਸ ਨੂੰ ਘੇਰੀ ਰੱਖਦੀ ਹੈ। ਮਨ ਤਨ ਬੁੱਧ ਅਰਪੀ ਠਾਕੁਰ ਕੋ, ਤਬ ਹਮ ਸਹਿਜ ਸੋਏ। ਜਿਸ ਵੇਲੇ ਆਪਣਾ ਮਨ, ਆਪਣਾ ਚਿੱਤ ਵੀ, ਕਿ ਆਪਣਾ ਤਨ ਸਰੀਰ ਵੀ ਅਤੇ ਬੁੱਧੀ ਵੀ ਠਾਕੁਰ ਸੁਆਮੀ ਪਰਮੇਸ਼ਰ ਨੂੰ ਅਰਪਣ ਕਰ ਦਿੱਤੀ, ਤਾਬ ਹਮ ਸਹਿਜ ਸੋਏ। ਤਾਬ ਹਮ, ਤਬ ਅਸੀਂ ਸਹਿਜ ਸਰੂਪ ਦੇ ਵਿੱਚ, ਅਚਲ ਸਮਾਧੀ ਵਿੱਚ ਸੋਏ ਬਿਰਾਜਮਾਨ ਹੋਏ ਹਾਂ। ਮਨ ਤਨ ਬੁੱਧ ਅਰਪੀ ਠਾਕੁਰ ਕੋ। ਜਿਸ ਵੇਲੇ ਆਪਣਾ ਮਨ, ਚਿੱਤ ਤੇ ਤਨ ਸਰੀਰ ਵੀ ਅਤੇ ਬੁੱਧੀ ਵੀ ਠਾਕੁਰ ਸੁਆਮੀ ਪਰਮੇਸ਼ਰ ਨੂੰ ਅਰਪਣ ਕਰ ਦਿੱਤੀ। ਤਾਬ ਹਮ ਸਹਿਜ ਸੋਏ, ਕਿ ਤਦੋਂ ਅਸੀਂ ਸਹਿਜ ਸਰੂਪ ਵਿੱਚ, ਅਚਲ ਸਮਾਧੀ ਵਿੱਚ ਸੋਏ ਹਾਂ, ਬਿਰਾਜਮਾਨ ਹੋਏ ਹਾਂ। ਜੋ ਲੋ ਪੋਟ ਉਠਾਈ ਚੱਲਿਓ। ਮਹਾਰਾਜ ਜੀ ਕਹਿਣ ਲੱਗੇ, ਜੋ ਜਦ, ਲੋ ਤੱਕ, ਜਦ ਤੱਕ ਜੀਵ ਆਪਣੇ ਸਿਰ ਉੱਪਰ ਹੰਗਤਾ ਮਮਤਾ ਦੀ ਪੋਟ ਪੰਡ ਉਠਾਈ, ਚੁੱਕ ਕਰਕੇ ਚੱਲਿਆ ਰਹਿੰਦਾ ਹੈ, ਕਿ ਜਦ ਤੱਕ ਜੀਵ ਆਪਣੇ ਸਿਰ ਉੱਪਰ ਹੰਗਤਾ ਮਮਤਾ ਦੀ ਪੰਡ ਚੁੱਕ ਕੇ ਚੱਲਿਆ ਫਿਰਦਾ ਹੈ। ਤੌਲੋ ਡਾਨ ਭਰੇ। ਤੋ ਤਦ ਤੱਕ ਇਹ ਡਾਨ, ਡੰਨ, ਲੋਕ ਡੰਡ, ਪਿੱਤਰ ਡੰਡ, ਦੇਵ ਦੰਡ ਆਦਿਕ ਭਰਦਾ ਰਹਿੰਦਾ ਹੈ। ਪੋਟ ਡਾਰ ਗੁਰ ਪੂਰਾ ਮਿਲਿਆ, ਤਉ ਨਾਨਕ ਨਿਰਭੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਪੂਰਨ ਗੁਰੂ ਸਾਹਿਬ ਜੀ ਮਿਲ ਪਏ, ਤਾਂ ਹੰਗਤਾ ਮਮਤਾ ਰੂਪੀ ਪੋਟ ਪੰਡ ਸੁੱਟ ਦਿੱਤੀ। ਤਦੋਂ ਫਿਰ ਨਿਰਭੈ, ਡਰ ਤੋਂ ਰਹਿਤ ਹੋ ਗਏ ਹਾਂ। ਪੋਟ ਡਾਰ ਗੁਰ ਪੂਰਾ ਮਿਲਿਆ, ਤਉ ਨਾਨਕ ਨਿਰਭੈ। ਕਿ ਜਦੋਂ ਮਹਾਰਾਜ ਜੀ ਕਹਿਣ ਲੱਗੇ, ਜਦੋਂ ਪੂਰਾ ਪੂਰਨ ਗੁਰੂ ਸਤਿਗੁਰੂ ਸਾਹਿਬ ਜੀ ਮਿਲ ਪਏ, ਤਾਂ ਪੋਟ ਡਾਰ, ਜੋ ਹੰਗਤਾ ਮਮਤਾ ਰੂਪੀ ਪੰਡ ਸੁੱਟ ਦਿੱਤੀ। ਤਉ ਨਾਨਕ ਨਿਰਭੈ,
ਤੋ ਤਦੋਂ ਫਿਰ ਨਿਰਭੈ ਡਰ ਤੋਂ ਰਹਿਤ ਗੁਰੂ ਸਾਹਿਬ ਮਿਲ ਗਏ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਮਾਲੀ ਗੌੜੀ ਮਾਲਾ ਮਹੱਲਾ ਪੰਜਵਾ। ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ, ਭਾਵਨ ਤਿਆਗਿਓ ਰੀ ਤਿਆਗਿਓ, ਭਾਵਨ ਤਿਆਗਿਓ ਰੀ ਤਿਆਗਿਓ, ਕਿ ਹੇ ਸੰਤ ਰੂਪ ਸਖਿਓ, ਮੈਂ ਮਨ ਕਰਕੇ ਭਾਵਨ ਦਵੈਤ ਭਾਵਨਾ ਨੂੰ ਛੱਡਣਾ ਕੀਤਾ ਹੈ, ਤਿਆਗਣਾ ਕੀਤਾ ਹੈ। ਤਨ ਕਰਕੇ ਵੀ ਦਵੈਤ ਭਾਵਨਾ ਨੂੰ ਤਿਆਗਣਾ ਕੀਤਾ ਹੈ ਤੇ ਮਨ ਕਰਕੇ ਵੀ ਜਿਹੜੀ ਦਵੈਤ ਭਾਵਨਾ ਹੈ ਉਹਨੂੰ ਤਿਆਗਣਾ ਕੀਤਾ ਹੈ। ਤਿਆਗਿਓ ਮੈਂ ਗੁਰ ਮਿਲ ਤਿਆਗਿਓ, ਕਿ ਮੈਂ ਬਾਣੀ ਕਰਕੇ ਬੋਲਣੇ ਕਰਕੇ ਵੀ ਤਿਆਗਣੇ ਯੋਗ ਦਵੈਤ ਭਾਵ ਨੂੰ ਗੁਰੂ ਸਾਹਿਬ ਜੀ ਦੇ ਨਾਲ ਮਿਲ ਕਰਕੇ ਤਿਆਗਿਆ ਹੈ। ਕਿ ਤਿਆਗੀ ਜੋ ਗੁਰੂ ਸਾਹਿਬ ਜੀ ਹਨ, ਜੋ ਤਿਆਗ ਕਰਨ ਵਾਲੇ ਹਨ, ਉਹਨਾਂ ਨਾਲ ਮਿਲ ਕਰਕੇ ਦਵੈਤ ਭਾਵ ਨੂੰ ਤਿਆਗ ਦਿੱਤਾ ਹੈ। ਕਿ ਜੈਸਾ ਇੱਕ ਰਾਜੇ ਦਾ ਪ੍ਰਸੰਗ ਆਉਂਦਾ ਹੈ ਕਿ ਸਾਖੀ ਆਉਂਦੀ ਹੈ, ਜਿਸ ਪ੍ਰਕਾਰ ਵਿਸ਼ਿਸ਼ਟ ਪੁਰਾਣ ਵਿੱਚ ਇੱਕ ਰਾਜੇ ਦੀ ਕਥਾ ਆਉਂਦੀ ਹੈ, ਜਿਸ ਦੀ ਚੰਡਾਲਾ ਨਾਮੇ ਰਾਣੀ ਬਹੁਤ ਹੀ ਸੂਝਵਾਨ ਤੇ ਭਾਉ ਭਗਤੀ ਵਾਲੀ ਸੀ। ਇਸ ਨੇ ਇੱਕ ਦਿਨ ਸਾਧੂ ਦਾ ਰੂਪ ਧਾਰਨ ਕਰਕੇ ਰਾਜੇ ਨੂੰ ਕਿਹਾ, ਹੇ ਰਾਜਨ ਤਿਆਗ ਕਰ। ਰਾਜੇ ਨੇ 7 ਬਚਨ ਕਹਿ ਕੇ ਕਿਹਾ ਕਿ ਮੈਂ ਆਪਣਾ ਰਾਜ ਭਾਗ ਛੱਡ ਦਿੱਤਾ ਹੈ। ਇਸ ਤਰ੍ਹਾਂ ਰਾਜ ਭਾਗ ਤਿਆਗ ਕੇ ਜੰਗਲਾਂ ਵਿੱਚ ਜਾ ਬੈਠਾ। ਉੱਥੇ ਵੀ ਉਹ ਰਾਣੀ ਸਾਧੂ ਦਾ ਰੂਪ ਵਿੱਚ ਰਾਜੇ ਕੋਲ ਗਈ। ਫਿਰ ਉਹੀ ਬਚਨ ਕਿਹਾ ਕਿ ਰਾਜਨ ਤਿਆਗ ਕਰ। ਰਾਜੇ ਨੇ ਆਪਣੇ ਵਸਤਰ ਵੀ ਉਤਾਰ ਦਿੱਤੇ। ਰਾਜਾ ਲਓ ਮੁਨੀ ਜੀ ਕਹਿਣ ਲੱਗਿਆ, ਜੋ ਰਾਣੀ ਨੇ ਸਾਧੂ ਦਾ ਰੂਪ ਧਾਰਿਆ ਸੀ ਉਸ ਨੂੰ ਕਹਿਣ ਲੱਗਿਆ, ਰਾਜਾ ਲਓ ਮੁਨੀ ਜੀ, ਇਹੋ ਕੁਝ ਕੋਲ ਸੀ, ਇਹ ਵਸਤਰ ਕੋਲ ਸੀ, ਇਹ ਵੀ ਤਿਆਗ ਦਿੱਤੇ। ਮੁਨੀ ਰੂਪ ਵਿੱਚ ਰਾਣੀ ਨੇ ਫਿਰ ਕਿਹਾ ਕਿ ਹੇ ਰਾਜਨ ਤਿਆਗ ਕਰ। ਉਸ ਵੇਲੇ ਰਾਜੇ ਨੇ ਚਿਖਾ ਬਣਾ ਲਈ ਤੇ ਚਿਖਾ ਤੇ ਬੈਠ ਗਿਆ। ਕਹਿਣ ਲੱਗਿਆ ਕਿ ਹੁਣ ਤਾਂ ਸਿਰਫ ਮੇਰੇ ਕੋਲ ਇਹ ਸਰੀਰ ਬਾਕੀ ਤਿਆਗਣੇ ਯੋਗ ਬਚਿਆ ਹੈ, ਇਸ ਦਾ ਵੀ ਹੁਣ ਮੈਂ ਤਿਆਗ ਕਰ ਦਿੰਦਾ ਹਾਂ। ਉਸ ਵੇਲੇ ਇਸ ਦੀ ਰਾਣੀ ਨੇ ਕਿਹਾ, ਹੇ ਰਾਜਨ ਇਸ ਦਾ ਨਾਮ ਤਿਆਗ ਨਹੀਂ, ਜਿਹੜਾ ਤੂੰ ਤਿਆਗ ਕਰੀ ਜਾਂਦਾ ਇਸ ਦਾ ਨਾਮ ਤਿਆਗ ਨਹੀਂ। ਜੋ ਤੂੰ ਕਹਿੰਦਾ ਹੈ ਕਿ ਮੈਂ ਰਾਜ ਫੌਜਾਂ ਖਜ਼ਾਨੇ ਰਾਣੀਆਂ ਵਸਤਰ ਆਦਿਕ ਸਾਰੇ ਸੁੱਖ ਛੱਡ ਦਿੱਤੇ ਹਨ, ਮੈਂ ਹੁਣ ਸਰੀਰ ਵੀ ਛੱਡਣ ਲੱਗਿਆ ਹਾਂ, ਇਹ ਤਿਆਗ ਨਹੀਂ। ਰਾਣੀ ਸਾਧੂ ਦਾ ਰੂਪ ਕਹਿਣ ਲੱਗੀ ਕਿ ਇਹ ਤਿਆਗ ਨਹੀਂ। ਰਾਜਾ ਕਹਿਣ ਲੱਗਿਆ, ਫਿਰ ਤਿਆਗ ਕਿਸ ਨੂੰ ਕਹਿੰਦੇ ਹਨ? ਰਾਣੀ ਕਹਿਣ ਲੱਗੀ ਕਿ ਜੋ ਤੇਰੇ ਅੰਦਰ ਅਜੇ ਤਿਆਗ ਦੀ ਹੰਗਤਾ ਹੈ ਕਿ ਮੈਂ ਆਹ ਕੁਝ ਤਿਆਗਦਾ ਹਾਂ, ਮੈਂ ਹੈ ਹੰਗਤਾ ਹੈ ਕਿ ਮੈਂ ਸਭ ਕੁਝ ਤਿਆਗਿਆ ਹੈ, ਇਸ ਤਿਆਗ ਦਾ ਵੀ ਤਿਆਗ ਕਰ। ਜੋ ਹੰਕਾਰ ਹੈ ਜਿਸ ਨਾਲ ਕਹਿ ਰਿਹਾ ਹੈ ਮੈਂ ਆਹ ਤਿਆਗਿਆ, ਇਸ ਦਾ ਤਿਆਗ ਕਰ, ਫਿਰ ਤੈਨੂੰ ਸੁੱਖ ਪ੍ਰਾਪਤ ਹੋਏਗਾ। ਜਿਸ ਪ੍ਰਕਾਰ ਜਦੋਂ ਰਾਜੇ ਦੀ ਹੰਗਤਾ ਟੁੱਟ ਗਈ ਤਾਂ ਫਿਰ ਤਿਆਗੀ ਹੋ ਗਿਆ। ਭਾਵ ਜਿਹੜੇ ਸਤਿਗੁਰੂ ਜੀ ਆਪ ਹੰਗਤਾ ਮਮਤਾ ਦੇ ਤਿਆਗੀ ਹਨ, ਉਹਨਾਂ ਦੇ ਨਾਲ ਮਿਲ ਕੇ ਤਨ ਦਾ ਅਭਿਮਾਨ, ਮਨ ਬਾਣੀ ਦਾ ਅਭਿਮਾਨ, ਰਾਜ ਸੁੱਖ ਦਾ ਅਭਿਮਾਨ ਸਾਰਾ ਤਿਆਗ ਦਿੱਤਾ ਹੈ। ਤਿਆਗ ਦਾ ਵੀ ਤਿਆਗ ਕਰ ਦਿੱਤਾ ਹੈ। ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਵਿੰਦੈ ਆਗਿਓ। ਸਰਬ ਸੁਖ ਆਨੰਦ ਮੰਗਲ ਰਾਸ ਮਾਨ ਗੋਵਿੰਦੈ ਆਗਿਓ, ਕਿ ਗੋਵਿੰਦੈ ਅਕਾਲ ਪੁਰਖ ਦੀ ਆਗਿਆ ਰਜਾ ਮੰਨਣੇ ਕਰਕੇ ਲੋਕ ਪਰਲੋਕ ਵਿੱਚ ਸਾਰੇ ਸੁੱਖ ਖੁਸ਼ੀਆਂ ਮੰਗਲ ਉਤਸਵ
ਅਤੇ ਰਸ ਪ੍ਰੇਮ ਆਦਿਕ ਸਾਰੇ ਪ੍ਰਾਪਤ ਹੋ ਗਏ ਹਨ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਮਾਨ ਅਭਿਮਾਨ ਦੋ ਸਮਾਨੇ। ਮਾਨ ਸਤਕਾਰ ਅਤੇ ਅਭਿਮਾਨ ਅਪਮਾਨ ਨਿਰਾਦਰ ਦੋਨੇ ਹੀ ਇੱਕੋ ਜਿਹੇ ਨਿਸ਼ਚੇ ਕੀਤੇ ਹਨ। ਮਸਤਕ ਡਾਰ ਗੁਰ ਪਾਗਿਓ। ਅਸੀਂ ਆਪਣਾ ਮਸਤਕ ਮੱਥਾ ਸਤਿਗੁਰੂ ਸਾਹਿਬ ਜੀ ਦੇ ਭਾਗਿਓ ਹੁੰਦਾ ਪੈਰਾਂ ਚਰਨਾਂ ਉੱਪਰ ਰੱਖ ਦਿੱਤਾ ਹੈ। ਸੰਪਤ ਹਰਖ ਨਾ ਆਵਤ ਦੁਖਾ ਰੰਗ ਠਾਕਰੈ ਲਾਗਿਓ। ਹੁਣ ਜੇਕਰ ਸੰਪਤ ਵਿਭੂਤੀ ਵਸਤੂ ਧਨ ਪਦਾਰਥ ਆ ਜਾਏ ਤਾਂ ਹਰਖ ਖੁਸ਼ੀ ਨਹੀਂ ਹੁੰਦੀ, ਅਤੇ ਆਪਤ ਦੁੱਖਾ ਕਿ ਬਿਪਤਾ ਆਉਣ 'ਤੇ ਕੋਈ ਦੁੱਖ ਨਹੀਂ ਹੁੰਦਾ। ਰੰਗ ਠਾਕਰੈ ਲਾਗਿਓ। ਐਸਾ ਚਿੱਤ ਵਿੱਚ ਠਾਕੁਰ ਸੁਆਮੀ ਪਰਮੇਸ਼ਰ ਦਾ ਰੰਗ ਲੱਗ ਗਿਆ ਹੈ, ਪ੍ਰੇਮ ਲੱਗ ਗਿਆ ਹੈ। ਬਾਸ ਬਾਸਰੀ ਏਕੋ ਸੁਆਮੀ। ਕਿ ਬਾਸ ਘਰਾਂ ਵਿੱਚ, ਬਾਸਰੀ ਵਸਦੇ ਲੋਕਾਂ ਵਿੱਚ, ਕਿ ਸਰੀਰਾਂ ਵਿੱਚ ਅਤੇ ਬਾਸਣ ਵਾਲੇ ਜੀਵਾਂ ਵਿੱਚ, ਬਾਸਨਾ ਵਾਲਿਆਂ ਵਿੱਚ, ਬਹਿਣ ਵਾਲੇ ਮੰਦਰਾਂ ਵਿੱਚ ਇੱਕੋ ਹੀ ਸੁਆਮੀ ਮਾਲਕ ਪਰਮੇਸ਼ਰ ਹੀ ਚੇਤਨ ਰੂਪ ਹੋ ਕੇ ਵਿਆਪਕ ਹੈ। ਸਾਨੂੰ ਸੰਸਾਰ ਰੂਪੀ ਉਦਿਆਨ ਉਜਾੜ ਵਿੱਚ ਇੱਕੋ ਹੀ ਦ੍ਰਿਸ਼ਟਾਗਿਓ। ਦ੍ਰਿਸ਼ਟੀ ਵਿੱਚ ਆਉਂਦਾ ਹੈ, ਨਾਦਰੀ ਵਿੱਚ ਆਉਂਦਾ ਹੈ। ਨਿਰਭਉ ਭਏ ਸੰਤ ਭ੍ਰਮ ਡਾਰਿਓ ਪੂਰਨ ਸਰਬਾਗਿਓ। ਕਿ ਸ਼ਾਂਤ ਆਤਮਾ ਗੁਰੂ ਸਾਹਿਬ ਜੀ ਨੂੰ ਸਾਰੇ ਅੰਦਰੋਂ ਭਰਮ ਦਾ ਪਰਦਾ ਦੂਰ ਕਰ ਦਿੱਤਾ ਹੈ। ਸ਼ਾਂਤ ਆਤਮਾ ਗੁਰੂ ਸਾਹਿਬ ਜੀ ਨੇ ਸਾਡੇ ਅੰਦਰੋਂ ਭਰਮ ਦਾ ਪਰਦਾ ਦੂਰ ਕਰ ਦਿੱਤਾ ਹੈ। ਇਸ ਪ੍ਰਕਾਰ ਅਸੀਂ ਨਿਰਭਉ ਭੈ ਤੋਂ ਰਹਿਤ ਹੋ ਗਏ ਹਾਂ ਅਤੇ ਸਭ ਥਾਈਂ ਪਰਮੇਸ਼ਰ ਨੂੰ ਵਿਆਪਕ ਅਤੇ ਸਰਬਾਗਿਓ ਸਰਬ ਦਾ ਗਿਆਤਾ ਕਰਕੇ ਜਾਣਿਆ ਹੈ। ਜੋ ਕਿਸ ਕਰਤੈ ਕਾਰਨ ਕੀਨੋ ਮਨ ਬੁਰੋ ਨਾ ਲਾਗਿਓ। ਜਿਹੜਾ ਕੁਝ ਵੀ ਕਰਤੈ ਅਕਾਲ ਪੁਰਖ ਨੇ ਕਾਰਜ ਕੀਤਾ ਹੈ ਉਹ ਮਨ ਵਿੱਚ ਬੁਰਾ ਨਹੀਂ ਲੱਗਦਾ। ਭਾਵ ਕਿ ਜੋ ਕੁਝ ਵੀ ਪਰਮੇਸ਼ਰ ਕਰਦਾ ਹੈ ਭਲਾ ਹੀ ਕਰਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਸਾਨੂੰ ਭਲਾ ਹੀ ਲੱਗਦਾ ਹੈ। ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ। ਇਹ ਸਾਧ ਸੰਗਤ ਸਾਧੂਆਂ ਦੀ ਸੰਗਤ ਕਰਕੇ ਸੰਤਨ ਮਹਾਤਮਾ ਜਨਾ ਗੁਰੂ ਸਾਹਿਬ ਦੀ ਕਿਰਪਾ ਕਰਕੇ ਸਾਧਨਾ ਕਰਨ ਵਾਲੇ, ਕਮਾਈ ਕਰਨ ਵਾਲਿਆਂ ਦੀ ਸੰਗਤ ਕਰਕੇ, ਜਿਨ੍ਹਾਂ ਨੂੰ ਸਾਸ ਗਿਰਾਸ ਪਰਮੇਸ਼ਰ ਨਹੀਂ ਵਿਸਰਦਾ, ਉਹਨਾਂ ਸੰਤ ਜਨਾਂ ਦੀ ਕਿਰਪਾ ਕਰਕੇ ਅਵਿਦਿਆ ਦੀ ਨੀਂਦ ਵਿੱਚ ਸੋਇਓ ਮਨ ਜਾਗਿਓ। ਕਿ ਅਵਿਦਿਆ ਦੀ ਨੀਂਦ ਵਿੱਚ ਸੋਇਓ ਸੁੱਤਿਆ ਹੋਇਆ ਮਨ ਅੰਤਸ ਕਾਰਨ ਹੁਣ ਗਿਆਨ ਅਵਸਥਾ ਵਿੱਚ ਜਾਗ ਪਿਆ ਹੈ। ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣਾਗਿਓ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਮੈਂ ਦਾਸ ਤੁਹਾਡੀ ਸ਼ਰਨ ਵਿੱਚ ਪਿਆ ਹਾਂ ਅਤੇ ਮਨ ਬਾਣੀ ਸਰੀਰ ਕਰਕੇ ਵੀ ਤੁਹਾਡੀ ਸਰਨਾਗਿਓ ਸ਼ਰਨ ਵਿੱਚ ਆਇਆ ਹਾਂ। ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨਾਗਿਓ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਮੈਂ ਸੇਵਕ, ਮੈਂ ਦਾਸ ਤੁਹਾਡੀ ਓੜ ਸ਼ਰਨ ਵਿੱਚ ਪਿਆ ਹਾਂ ਅਤੇ ਮਨ ਬਾਣੀ ਸਰੀਰ ਕਰਕੇ ਵੀ ਤੁਹਾਡੀ ਸਰਨਾਗਿਓ ਸ਼ਰਨ ਵਿੱਚ ਆਇਆ ਹਾਂ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਗੁਰਬਾਣੀ ਦੁਆਰਾ ਵਿਚਾਰ ਕਰਵਾਈ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹਨ।